ਜਿਹੜਾ ਪਬਲਿਕ ਟਰਾਂਸਪੋਰਟ ਦਾ ਜਿਹੜਾ ਸਾਧਨ ਹੈ ਡਿਊਟੀਆਂ ਤੇ ਆਉਣ ਜਾਣ ਦਾ, ਉਹ ਲਗਭਗ ਸਰਕਾਰ ਵੱਲੋਂ ਬੰਦ ਹੈ। ਜੇ ਕੋਈ 50 ਕਿਲੋਮੀਟਰ ਡਿਊਟੀ ਜਾਂਦਾ ਆ ਔਰ ਕਿਸੇ ਦੀ ਤਨਖਾਹ 20,000 ਹੈ ਤਾਂ ਉਹ ਆਪਣੀ ਜੇਬ ਦੇ ਵਿੱਚੋਂ ਆਪਣੀ ਕਾਰ ਦੇ ਵਿੱਚ ਪੈਟਰੋਲ ਪਵਾ ਕੇ ਜਾਂਦਾ ਹੈ ਜਾਂ ਡੀਜ਼ਲ ਪਵਾ ਕੇ ਜਾਂਦਾ ਹੈ। ਉਹਦੀ ਤਨਖਾਹ 600 ਰੁਪਇਆ ਦਿਹਾੜੀ ਬਣਦੀ ਹੈ, ਬਟ ਉਹਦੀ ਜੇਬ 'ਚੋਂ ਖਰਚਾ 500-600 ਰੁਪਇਆ ਸਿਰਫ ਆਉਣ ਜਾਣ 'ਤੇ ਹੀ ਖਰਚਾ ਹੋ ਜਾਂਦਾ ਹੈ। ਜੇ ਇੱਕ ਨੈਸ਼ਨਲ ਹੈਲਥ ਮਿਸ਼ਨ ਦੇ ਡਾਕਟਰ ਨੂੰ ਜਾਂ ਪੈਰੀਮੈਡੀਕਲ ਸਟਾਫ ਨੂੰ ਕੋਈ ਸਿਹਤ ਸਹੂਲਤ ਲੈਣ ਦੀ ਜ਼ਰੂਰਤ ਪੈ ਜੇ, ਕਿਸੇ ਹਸਪੀਟਲ 'ਚੋਂ ਆਪਣਾ ਜਾਂ ਆਪਣੇ ਪਰਿਵਾਰਕ ਮੈਂਬਰ ਦਾ ਇਲਾਜ ਕਰਾਉਣਾ ਪੈ ਜੇ, ਤਾਂ ਉਹਨੂੰ ਪਰਚੀ ਫੀਸ ਵੀ ਦੇਣੀ ਪੈਂਦੀ ਹੈ। ਉਹਦੇ ਲਈ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ। ਅਸੀਂ ਲੋਕਾਂ ਨੂੰ ਤਾਂ ਹੈਲਥ ਸਹੂਲਤਾਂ ਦਿੰਦੇ ਹਾਂ, ਪਰ ਸਾਡੇ ਲਈ ਸਭ ਕੁਝ ਪੇਡ ਹੈ। ਸਰਕਾਰ ਵੱਲੋਂ ਸਾਡੀ ਪਰਚੀ ਫੀਸ ਵੀ ਮਾਫ ਨਹੀਂ ਹੈ। ਕੁਛ ਸਹੂਲਤਾਂ ਸਰਕਾਰ ਦੇ ਵੀ ਰਹੀ ਹੈ, ਪਰ ਉਹ ਸਹੂਲਤਾਂ ਸਫੀਸ਼ੀਐਂਟ ਨਹੀਂ ਹੈਗੀਆਂ। ਜਿਸ ਲੈਵਲ ਦੀ ਇਹ ਬਿਮਾਰੀ ਹੈ, ਅਗਰ ਇਹਨੂੰ ਅਸੀਂ ਇੱਕ ਤੋਂ ਦੂਸਰੇ 'ਚ ਜਾਂ ਤੀਸਰੇ 'ਚ ਜਾਂ ਅਸੀਂ ਆਪਣੇ ਮੈਡੀਕਲ ਸਟਾਫ ਦੇ ਵਿੱਚ ਇਸ ਵਾਇਰਸ ਨੂੰ ਆਉਣ ਤੋਂ ਰੋਕਣਾ ਹੈ, ਤਾਂ ਜਿਸ ਲੈਵਲ ਦੇ ਪ੍ਰਬੰਧ ਸਰਕਾਰ ਨੂੰ ਕਰਨੇ ਚਾਹੀਦੇ ਨੇ, ਉਸ ਲੈਵਲ ਦੇ ਪ੍ਰਬੰਧ ਗਰਾਊਂਡ ਲੈਵਲ 'ਤੇ ਨਹੀਂ ਹੈਗੇ। ਇੱਕ ਸਟਾਫ ਨਰਸ ਜਿਹੜੀ ਕੰਟਰੈਕਟ 'ਤੇ ਰੱਖੀ ਜਾਂਦੀ ਹੈ ਜਾਂ ਇੱਕ ਸਟਾਫ ਨਰਸ ਜਿਹੜੀ ਰੈਗੂਲਰ ਭਰਤੀ ਕੀਤੀ ਜਾਂਦੀ ਹੈ, ਉਹ ਇੱਕੋ ਹੀ ਡਿਊਟੀ ਇੱਕੋ ਹੀ ਜਗ੍ਹਾ 'ਤੇ ਇੱਕੋ ਜਿਹੇ ਮਰੀਜ਼ਾਂ ਨੂੰ ਦੇਖ ਕੇ ਕਰਦੇ ਨੇ, ਬਟ ਤਨਖਾਹਾਂ ਦੇ ਵਿੱਚ ਦੁੱਗਣਾ ਤਿੱਗਣੀ ਦਾ ਫਾਸਲਾ ਹੁੰਦਾ ਆ। ਸੋ ਇਹੋ ਜਿਹੀ ਡਿਸਕ੍ਰਿਮੀਨੇਸੀ, ਇਹੋ ਜਿਹਾ ਭੇਦਭਾਵ ਨਹੀਂ ਹੋਣਾ ਚਾਹੀਦਾ। ਕੁਛ ਦਿਨ ਪਹਿਲਾਂ ਮੈਂ ਕੋਈ ਸ਼ੱਕੀ ਮਰੀਜ਼ ਅਸੀਂ ਘਰ ਤੋਂ ਉਹਨੂੰ ਸਕਰੀਨ ਕਰਕੇ ਉਹਨੂੰ ਆਈਸੋਲੇਸ਼ਨ ਵਾਰਡ 'ਚ ਸ਼ਿਫਟ ਕਰਨਾ ਸੀਗਾ, ਪਰ ਜਦੋਂ ਤੱਕ ਉਸ ਮਰੀਜ਼ ਦੀ ਰਿਪੋਰਟ ਨੈਗੇਟਿਵ ਨਹੀਂ ਆ ਗਈ ਤਾਂ 2 ਦਿਨ ਲਈ ਮੈਂ ਆਪਣੇ ਘਰ ਨਹੀਂ ਜਾ ਸਕਿਆ। ਮੈਂ ਘਰ ਤੋਂ ਬਾਹਰ ਹੀ ਸੁੱਤਾ। ਹਰ ਇਨਸਾਨ ਨੂੰ ਆਪਣੀ ਫੈਮਿਲੀ ਪਿਆਰੀ ਹੁੰਦੀ ਹੈ, ਪਰ ਸਾਡੇ ਲਈ ਇਸ ਟਾਈਮ ਸਮਾਜ ਨੂੰ ਇਸ ਬਿਮਾਰੀ ਤੋਂ ਬਾਹਰ ਕੱਢਣਾ ਔਰ ਸਮਾਜ ਦੇ ਵਿੱਚੋਂ ਇਸ ਵਾਇਰਸ ਨੂੰ ਖਤਮ ਕਰਨਾ ਤਾਂ ਕਿ ਜ਼ਿੰਦਗੀ ਪਹਿਲਾਂ ਵਰਗੀ ਖੁਸ਼ਹਾਲ ਹੋ ਜਾਵੇ, ਇਹ ਸਾਡੀ ਜ਼ਿੰਮੇਵਾਰੀ ਹੈ ਔਰ ਇਹਨੂੰ ਬਾਖੂਬੀ ਅਸੀਂ ਸਮਝਦੇ ਵੀ ਹਾਂ। ਸਤਿ ਸ਼੍ਰੀ ਅਕਾਲ ਜੀ। ਟੀਵੀ ਪੰਜਾਬ ਲਈ ਮੈਂ ਦਵਿੰਦਰ ਕੌਰ। ਅਸੀਂ ਇਸ ਵੇਲੇ ਪੰਜਾਬ ਦੇ ਸਿਹਤ ਮੰਤਰੀ ਸਰਦਾਰ ਬਲਵੀਰ ਸਿੰਘ ਸਿੱਧੂ ਹੋਰਾਂ ਦੇ ਸਰਕਾਰੀ ਰਿਹਾਇਸ਼ ਅੱਗੇ ਸੈਕਟਰ 39 ਚੰਡੀਗੜ੍ਹ ਵਿੱਚ ਖੜੇ ਹਾਂ। ਇਸ ਵੇਲੇ ਇਹਨਾਂ ਦੇ ਦਰਾਂ ਤੇ ਆਏ ਨੇ ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰ ਰਹੇ ਡਾਕਟਰ ਤੇ ਪੈਰਾਮੈਡਿਕ ਸਟਾਫ। ਬੜੀਆਂ ਨਿਗੁਣੀਆਂ ਜਿਹੀਆਂ ਤਨਖਾਹਾਂ ਤੇ ਕੱਚੀਆਂ ਨੌਕਰੀਆਂ ਨੇ ਇਹਨਾਂ ਦੀਆਂ। ਇਹ ਬੜੇ ਔਖੇ ਦੌਰ ਵਿੱਚ ਹਨ ਕਿਉਂਕਿ ਕੋਵਿਡ-19 ਨੇ ਸਾਰੇ ਸੰਸਾਰ ਨੂੰ ਹੀ ਵਾਹਣੀ ਪਾਇਆ ਹੋਇਆ, ਵਕਤਾਂ 'ਚ ਪਾਇਆ ਹੋਇਆ ਹੈ, ਅਤੇ ਇਹ ਫਰੰਟ ਲਾਈਨ 'ਤੇ ਕੰਮ ਕਰ ਰਹੇ ਹਨ। ਇਹਨਾਂ ਨੂੰ ਅਸੀਂ ਇਸ ਵੇਲੇ ਸਾਰੇ ਹੀ ਯੋਧਿਆਂ ਦਾ ਦਰਜਾ ਦੇ ਰਹੇ ਹਾਂ, ਰੱਬ ਦਾ ਦਰਜਾ ਦੇ ਰਹੇ ਹਾਂ, ਪਰ ਇਹਨਾਂ ਦੀਆਂ ਕੱਚੀਆਂ ਨੌਕਰੀਆਂ ਅਤੇ ਇਹ ਰੱਬ ਕਿੰਨੀਆਂ ਕੁ ਤਨਖਾਹਾਂ 'ਤੇ ਗੁਜ਼ਾਰਾ ਕਰ ਰਹੇ ਨੇ। ਸਭ ਤੋਂ ਪਹਿਲਾਂ ਅਸੀਂ ਮਿਲਦੇ ਹਾਂ ਡਾਕਟਰ ਵਾਹਦ ਸਾਹਿਬ। ਇੱਕ ਤਾਂ ਸਤਿ ਸ਼੍ਰੀ ਅਕਾਲ ਜੀ, ਟੀਵੀ ਪੰਜਾਬ 'ਤੇ ਤੁਹਾਡਾ ਸਵਾਗਤ ਹੈ, ਅਤੇ ਆਪਣਾ ਪੂਰਾ ਨਾਂ ਸਾਨੂੰ ਦੱਸ ਦਿਓ, ਅਤੇ ਤੁਸੀਂ ਕੀ ਪੜ੍ਹੇ ਹੋਏ ਹੋ, ਕਿਹੜੇ ਸਟਰੀਮ ਵਿੱਚ ਡਾਕਟਰ ਹੋ? ਪਹਿਲਾਂ ਤਾਂ ਪੰਜਾਬ ਵੈਬ ਚੈਨਲ ਦੇ ਤੁਹਾਡਾ ਮੈਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਸਾਡਾ ਦਰਦ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਤਹਿਤ ਪਿਛਲੇ 12 ਸਾਲਾਂ ਤੋਂ ਐਜ਼ ਆ ਮੈਡੀਕਲ ਆਫਿਸਰ ਆਯੂਸ਼ ਵਿੰਗ ਦੇ ਵਿੱਚ ਮੈਂ ਆਪਣੀਆਂ ਸੇਵਾਵਾਂ ਦੇ ਰਿਹਾ। ਮੈਂ BAMS ਦੀ ਡਿਗਰੀ ਕੀਤੀ ਹੈ। ਜਿਵੇਂ ਕਿ ਬਾਕੀ ਡਾਕਟਰ ਬਣਨ ਲਈ ਡਿਗਰੀਜ਼ ਕੀਤੀਆਂ ਜਾਂਦੀਆਂ ਨੇ, MBBS, BDS, BAMS ਜਾਂ BHMS ਹੋਮਿਓਪੈਥੀ ਦੇ ਡਾਕਟਰ ਹੁੰਦੇ ਆ। ਇਸੇ ਤਰ੍ਹਾਂ BAMS ਦੀ ਡਿਗਰੀ ਹੁੰਦੀ ਹੈ ਜਿਹਨੂੰ ਕਰਨ ਦੇ ਵਿੱਚ ਲਗਭਗ 5.5 ਸਾਲ ਲੱਗਦੇ ਨੇ, ਔਰ ਇਹਦੀਆਂ ਜਿਹੜੀਆਂ ਫੀਸਾਂ ਨੇ ਜਾਂ ਇਹਦੀ ਜਿਹੜੀ ਮੁੱਢਲੀ ਯੋਗਤਾ ਹੁੰਦੀ ਆ ਉਹ ਬਾਕੀ ਡਾਕਟਰਸ ਵਾਂਗ ਇਹਦੀ ਯੋਗਤਾ ਹੁੰਦੀ ਆ, ਉਸੇ ਤਰ੍ਹਾਂ ਦਾ ਫੀਸ ਸਟਰਕਚਰ ਹੁੰਦਾ ਅਤੇ ਉਸੇ ਤਰ੍ਹਾਂ ਦੀ ਪੜ੍ਹਾਈ ਦੇ ਵਿੱਚੋਂ ਸਾਨੂੰ ਨਿਕਲਣਾ ਪੈਂਦਾ। ਇਹ +2 ਤੱਕ ਉਹੀ ਮੈਡੀਕਲ ਦੀ ਪੜ੍ਹਾਈ, +1 +2 ਮੈਡੀਕਲ ਸਾਇੰਸ ਨਾਲ ਪੜ੍ਹਨਾ, ਇਹੀ ਹੈ ਨਾ ਜੀ? ਹਾਂਜੀ, +2 ਮੈਡੀਕਲ ਨਾਲ ਕੀਤੀ, ਉਸ ਤੋਂ ਬਾਅਦ PMT ਦਾ ਟੈਸਟ ਕਲੀਅਰ ਕੀਤਾ। ਜਿਸ ਤਰ੍ਹਾਂ ਮੈਰਿਟ ਬਣਦੀ ਹੈ PMT ਦੀ, ਉਸ ਬੇਸ ਦੇ ਉੱਤੇ ਇਹਦੇ ਵਿੱਚ ਐਡਮਿਸ਼ਨ ਮਿਲਦੀ ਹੈ ਸਰ। ਅਤੇ ਮੈਂ ਇਹ ਆਯੁਰਵੈਦਿਕ ਕਾਲਜ ਵੀ ਬਹੁਤੇ ਆਮ ਨਹੀਂ ਹਨ ਜਾਂ ਜਿਹੜੇ ਪ੍ਰਾਈਵੇਟ ਹਨ, ਅਤੇ ਪ੍ਰਾਈਵੇਟ ਕਾਲਜਾਂ ਦੀ ਪੜ੍ਹਾਈ ਬਹੁਤ ਹੀ ਜ਼ਿਆਦਾ ਮਹਿੰਗੀ ਹੈ ਸਰਕਾਰੀ ਕਾਲਜਾਂ ਨਾਲੋਂ। ਉਹਨਾਂ ਦੇ ਕਿਤੇ ਜ਼ਿਆਦਾ ਕਈ ਗੁਣਾ ਰੇਟ ਵੱਧ ਨੇ ਫੀਸਾਂ ਦੇ। ਅਤੇ ਡਾਕਟਰ ਸਾਹਿਬ, ਤੁਸੀਂ ਕਦੋਂ ਤੋਂ ਇਸ ਹੈਲਥ ਮਿਸ਼ਨ ਦੇ ਵਿੱਚ ਕਾਰਜ ਭਾਰ ਸਾਂਭਿਆ ਹੋਇਆ ਹੈ? ਮੈਡਮ, ਮੈਂ ਪਿਛਲੇ ਲਗਭਗ 11 ਸਾਲਾਂ ਤੋਂ ਨੈਸ਼ਨਲ ਹੈਲਥ ਮਿਸ਼ਨ ਦੇ ਵਿੱਚ ਕੰਮ ਕਰਦਾ, ਔਰ ਜਿਹੜੀ ਮੇਰੀ ਮੁੱਢਲੀ ਤਨਖਾਹ ਸੀਗੀ 5.5 ਸਾਲ ਦੀ ਮੈਡੀਕਲ ਦੀ ਪੜ੍ਹਾਈ, ਔਰ ਉਸ ਤੋਂ ਬਾਅਦ ਪਹਿਲਾਂ 2 ਸਾਲ ਦੀ 11ਵੀਂ 12ਵੀਂ ਦੀ ਮੈਡੀਕਲ ਦੀ ਪੜ੍ਹਾਈ। ਇੰਨੇ ਸਾਲ ਸਾਇੰਸ ਜਾਂ ਮੈਡੀਕਲ ਦੀ ਪੜ੍ਹਾਈ ਕਰਨ ਤੋਂ ਬਾਅਦ ਜਦੋਂ ਮੈਨੂੰ ਸਰਕਾਰ ਨੇ ਨੌਕਰੀ ਦਿੱਤੀ 11 ਸਾਲ ਪਹਿਲਾਂ, ਤਾਂ ਮੇਰੀ ਤਨਖਾਹ ਸਿਰਫ 20,000 ਫਿਕਸ ਕੀਤੀ ਗਈ ਸੀ, ਅਤੇ ਮੈਨੂੰ 11 ਸਾਲ ਹੋ ਚੁੱਕੇ ਨੇ ਇਸ ਨੌਕਰੀ ਨੂੰ ਕਰਦੇ। ਅਤੇ ਹੁਣ ਕਿੰਨੀ ਕੁ ਤਨਖਾਹ ਹੋ ਗਈ ਹੈ? ਹੁਣ ਮੇਰੀ ਤਨਖਾਹ 11 ਸਾਲਾਂ ਦੀ ਇੰਕਰੀਮੈਂਟ ਜਾਂ ਵਾਰ ਅਸੀਂ ਹੜਤਾਲਾਂ ਕੀਤੀਆਂ, ਕਈ ਵਾਰ ਸਾਡੀ ਤਨਖਾਹ ਵੀ ਕੱਟੀ ਗਈ। 2015 ਦੇ ਵਿੱਚ ਲਗਭਗ 50,000 ਰੁਪਇਆ ਮੇਰੀ ਤਨਖਾਹ ਹੜਤਾਲ ਕਰਕੇ ਕੱਟੀ ਗਈ ਸੀ।
ਇੰਨੀਆਂ ਹੜਤਾਲਾਂ ਔਰ ਇੰਨਾ ਸੰਘਰਸ਼ ਕਰਨ ਤੋਂ ਬਾਅਦ ਮੇਰੀ ਅੱਜ ਜਿਹੜੀ ਤਨਖਾਹ ਮਿਲਦੀ ਹੈ ਉਹ 40,000 ਮਿਲਦੀ ਹੈ, ਜਦੋਂ ਕਿ ਮੇਰੇ ਨਾਲ ਦੇ ਜਿਹੜੇ ਰੈਗੂਲਰ ਕੇਡਰ ਦੇ BMS ਡਾਕਟਰ ਨੇ ਉਹ ਲਗਭਗ 80 ਜਾਂ 90,000 ਦੇ ਵਿੱਚ ਤਨਖਾਹ ਲੈ ਰਹੇ ਨੇ। ਡਾਕਟਰ ਸਾਹਿਬ, ਤੁਹਾਡੀ ਸਾਰੀ ਪੜ੍ਹਾਈ ਸਕੂਲੀ ਪੜ੍ਹਾਈ ਅਤੇ ਇਹ ਆਯੁਰਵੈਦਿਕ ਕਾਲਜ ਦੀ ਕਿੱਥੋਂ ਪੜ੍ਹੇ ਹੋ ਤੁਸੀਂ? ਇਹਦੇ ਬਾਰੇ ਵੀ ਸਾਨੂੰ ਥੋੜ੍ਹੀ ਜਿਹੀ ਜਾਣਕਾਰੀ ਦੇ ਦਿਓ। ਮੇਰੀ ਸਕੂਲੀ ਪੜ੍ਹਾਈ ਤਾਂ ਮਲੇਰਕੋਟਲੇ ਦਾ ਮੈਂ ਰਹਿਣ ਵਾਲਾ, ਉੱਥੋਂ ਹੀ ਕੀਤੀ ਹੈ ਮੈਨੇ ਜੀ। ਬਟ ਜਿਹੜੀ ਮੇਰੀ ਗ੍ਰੈਜੂਏਸ਼ਨ ਹੈ ਉਹ ਮੈਂ ਮੋਗਾ ਇੱਕ ਆਯੁਰਵੈਦਿਕ ਕਾਲਜ ਹੈ ਉੱਥੋਂ ਪਾਸ ਆਊਟ ਹੈਗਾ। ਉਸ ਤੋਂ ਬਾਅਦ ਮੈਂ 2008 'ਚ ਡਿਗਰੀ ਕੀਤੀ ਸੀ ਅਤੇ 2009 'ਚ ਮੈਨੂੰ ਨੈਸ਼ਨਲ ਹੈਲਥ ਮਿਸ਼ਨ ਦੇ ਵਿੱਚ ਬਤੌਰ ਮੈਡੀਕਲ ਅਫਸਰ ਆਯੂਸ਼ ਵਿੰਗ ਦੇ ਵਿੱਚ ਮੈਂ ਨੌਕਰੀ ਦੇ ਵਿੱਚ ਆਇਆ ਸੀ। ਤੁਹਾਡੀ ਨੌਕਰੀ ਵਿੱਚ ਕੀ ਕੀ ਓਬਲੀਗੇਸ਼ਨਸ ਹਨ, ਭਾਵ ਕਿ ਕਿਹੜੇ ਕੰਮ ਤੁਸੀਂ ਨੈਸ਼ਨਲ ਹੈਲਥ ਮਿਸ਼ਨ ਤਹਿਤ ਕਰਦੇ ਹੋ? ਇਹ ਗੱਲ ਤੁਹਾਡਾ ਸਵਾਲ ਬਹੁਤ ਵਧੀਆ ਹੈ। ਨੈਸ਼ਨਲ ਹੈਲਥ ਮਿਸ਼ਨ ਦੇ ਵਿੱਚ ਜਿਹੜੇ ਡਾਕਟਰਸ ਨੇ, ਖਾਸ ਤੌਰ 'ਤੇ ਜਿਹੜਾ ਆਯੂਸ਼ ਵਿੰਗ ਹੈ, ਆਯੂਸ਼ ਡਾਕਟਰਸ ਨੇ, ਉਹ ਬਿਲਕੁਲ ਹਰ ਕਿਸਮ ਦਾ ਨੈਸ਼ਨਲ, ਜਿੰਨੇ ਵੀ ਨੈਸ਼ਨਲ ਲੈਵਲ ਦੇ ਪ੍ਰੋਗਰਾਮਸ ਨੇ, ਮੈਂ ਪਲਸ ਪੋਲੀਓ ਦੀ ਕੰਪੇਨ ਦੇ ਵਿੱਚ ਵੀ ਕੰਮ ਕਰਦਾ ਹਾਂ। ਮੈਂ ਸਰਕਾਰ ਦੀਆਂ ਜਿੰਨੀਆਂ ਵੀ ਨੈਸ਼ਨਲ ਲੈਵਲ ਦੀਆਂ ਗਾਈਡਲਾਈਨਸ ਆਉਂਦੀਆਂ ਨੇ ਉਹਦੇ ਵਿੱਚ ਵੀ ਕੰਮ ਕਰਦਾ ਹਾਂ। ਪੰਜਾਬ ਸਰਕਾਰ ਦੀ ਜਿਹੜੀ ਨਸ਼ਾ ਰੋਕੂ ਮੁਹਿੰਮ ਹੈ, ਮੈਂ ਉਹਦੇ ਵਿੱਚ ਵੀ ਕੰਮ ਕਰਦਾ ਹਾਂ। ਇਸ ਤੋਂ ਇਲਾਵਾ ਜਿਹੜਾ ਹੁਣ ਕੋਵਿਡ-19 ਦਾ ਜੇ ਅੱਜ ਦੇ ਦੌਰ ਦੀ ਗੱਲ ਕਰੀਏ ਤਾਂ ਮੇਰੇ ਵਰਗੇ ਜਿੰਨੇ ਵੀ ਆਯੂਸ਼ ਦੇ ਡਾਕਟਰਸ ਨੇ ਜਾਂ NRHM ਦਾ ਬਾਕੀ ਵੀ ਪੈਰਾਮੈਡੀਕਲ ਜਾਂ ਮੈਡੀਕਲ ਜਾਂ ਦਫ਼ਤਰੀ ਸਟਾਫ ਹੈ, ਸਾਰਾ ਫਰੰਟ ਲਾਈਨ 'ਤੇ ਕੰਮ ਕਰ ਰਿਹਾ। ਖੁਦ ਮੈਂ ਆਈਸੋਲੇਸ਼ਨ ਵਾਰਡ 'ਚ ਡਿਊਟੀ ਕਰਦਾ ਹਾਂ। ਮੇਰੇ ਨਾਲ NRHM ਦੀਆਂ ਸਟਾਫ ਨਰਸਿਸ ਵੀ ਡਿਊਟੀ 'ਤੇ ਹੁੰਦੀਆਂ। ਮੇਰੇ ਨਾਲ NRHM ਦਾ ਦਫ਼ਤਰੀ ਸਟਾਫ ਵੀ ਈਵਨਿੰਗ ਨਾਈਟ ਰਿਪੋਰਟਿੰਗ ਲਈ ਦਫ਼ਤਰ ਵਿੱਚ ਬੈਠਦਾ ਹੈ। ਸੋ ਇਸ ਕਰਕੇ ਮੁਸ਼ਕਿਲ ਬਹੁਤ ਹੈ। ਜਿਹੜਾ ਖਾਸ ਤੌਰ 'ਤੇ NRHM ਦਾ ਸਟਾਫ ਹੈ, ਕੋਵਿਡ-19 ਦੇ ਵਿੱਚ ਜ਼ਿਆਦਾ ਮੁਸ਼ਕਿਲ ਦੇ ਦੌਰ 'ਚੋਂ ਇਸ ਕਰਕੇ ਵੀ ਲੰਘ ਰਿਹਾ ਕਿਉਂਕਿ ਜਿਹੜਾ ਪਬਲਿਕ ਟਰਾਂਸਪੋਰਟ ਦਾ ਜਿਹੜਾ ਸਾਧਨ ਹੈ ਡਿਊਟੀਆਂ 'ਤੇ ਆਉਣ ਜਾਣ ਦਾ, ਉਹ ਲਗਭਗ ਸਰਕਾਰ ਵੱਲੋਂ ਬੰਦ ਹੈ। ਜੇ ਕੋਈ 50 ਕਿਲੋਮੀਟਰ ਡਿਊਟੀ ਜਾਂਦਾ ਆ ਔਰ ਕਿਸੇ ਦੀ ਤਨਖਾਹ 20,000 ਹੈ ਤਾਂ ਉਹ ਆਪਣੀ ਜੇਬ ਦੇ ਵਿੱਚੋਂ ਆਪਣੀ ਕਾਰ ਦੇ ਵਿੱਚ ਪੈਟਰੋਲ ਪਵਾ ਕੇ ਜਾਂਦਾ ਹੈ ਜਾਂ ਡੀਜ਼ਲ ਪਵਾ ਕੇ ਜਾਂਦਾ ਹੈ। ਉਹਦੀ ਤਨਖਾਹ 600 ਰੁਪਇਆ ਦਿਹਾੜੀ ਬਣਦੀ ਹੈ, ਬਟ ਉਹਦੀ ਜੇਬ 'ਚੋਂ ਖਰਚਾ 500-600 ਰੁਪਇਆ ਸਿਰਫ ਆਉਣ ਜਾਣ 'ਤੇ ਹੀ ਖਰਚਾ ਹੋ ਜਾਂਦਾ ਹੈ। ਸਰਕਾਰ ਨੂੰ ਅੱਜ ਸਾਡੇ ਇੱਥੇ ਆਉਣ ਦਾ ਮਕਸਦ ਵੀ ਇਹੀ ਹੈ ਕਿ ਇਹੋ ਜਿਹੀਆਂ ਵਿੱਤੀ ਮੁਸ਼ਕਲਾਂ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ। ਸੋ ਸਰਕਾਰ ਨੂੰ ਚਾਹੀਦਾ ਹੈ ਕਿ ਅਗਰ ਹੈਲਥ ਸੇਵਾਵਾਂ ਇੰਨੀਆਂ ਜ਼ਿਆਦਾ ਜ਼ਰੂਰੀ ਨੇ, ਡਾਕਟਰਸ, ਪੈਰਾਮੈਡੀਕਲ ਸਟਾਫ ਜਾਂ ਦਫ਼ਤਰ ਦਾ ਬਾਕੀ ਵੀ ਸਿਹਤ ਵਿਭਾਗ ਦਾ ਜਿਹੜਾ ਅਮਲਾ ਹੈਗਾ ਆ, ਜੇ ਸਾਡੀਆਂ ਸੇਵਾਵਾਂ ਇੰਨੀਆਂ ਜ਼ਿਆਦਾ ਜ਼ਰੂਰੀ ਨੇ ਔਰ ਸਰਕਾਰ ਦੂਰ ਅੰਦੇਸ਼ੀ ਵਾਲੇ ਫੈਸਲੇ ਕਰਕੇ ਕਿਉਂ ਨਹੀਂ ਇਹਨਾਂ ਨੂੰ ਮੇਨ ਸਟਰੀਮ ਦੇ ਵਿੱਚ ਜਾਂ ਜ਼ਰੂਰੀ ਸੇਵਾਵਾਂ 'ਚ ਕੰਸੀਡਰ ਕਰਕੇ ਸਾਡੀਆਂ ਜਿਹੜੀਆਂ ਸੇਵਾਵਾਂ ਨੂੰ ਪੱਕਾ ਕਿਉਂ ਨਹੀਂ ਕਰਦੀ, ਸਾਡੀਆਂ ਸੇਵਾਵਾਂ ਨੂੰ ਬਾਕੀ ਰੈਗੂਲਰ ਕੇਡਰ ਵਾਂਗ ਕਿਉਂ ਨਹੀਂ ਕਰਦੀ, ਜਦੋਂ ਕਿ ਸਾਡਾ ਕੰਮ ਹੈ ਜਿਹੜਾ ਉਹ ਉਹਨਾਂ ਦੇ ਬਿਲਕੁਲ ਬਰਾਬਰ ਹੈ। ਤੁਹਾਨੂੰ ਸਰਕਾਰੀ ਰਿਹਾਇਸ਼ ਮਿਲੀ ਹੋਈ ਹੈ? ਨਹੀਂ ਜੀ, ਕੋਈ ਸਰਕਾਰੀ ਰਿਹਾਇਸ਼ ਨਹੀਂ ਹੈਗੀ। ਸਾਨੂੰ ਜਿਹੜਾ HRA ਹੁੰਦਾ, ਇੱਕ ਹਾਊਸ ਰੈਂਟ ਹੁੰਦਾ ਆ, ਉਹ ਵੀ ਸਾਨੂੰ ਨਹੀਂ ਮਿਲਦਾ ਇਹਦੇ ਵਿੱਚ ਨਾ ਹੀ। ਔਰ ਤੁਹਾਡੇ ਲਈ ਮੈਂ ਇੱਕ ਹੋਰ ਬਹੁਤ ਇਸ ਚੈਨਲ ਦੇ ਥਰੂ ਬਹੁਤ ਹੀ ਹੈਰਾਨੀਜਨਕ ਤੱਥ ਮੈਂ ਤੁਹਾਨੂੰ ਦੱਸ ਰਿਹਾ ਨੈਸ਼ਨਲ ਹੈਲਥ ਮਿਸ਼ਨ ਦਾ। ਨੈਸ਼ਨਲ ਹੈਲਥ ਮਿਸ਼ਨ ਦੇ ਵਿੱਚ ਮੈਂ ਇੱਕ ਡਾਕਟਰ ਹਾਂ। ਮੈਂ ਮਰੀਜ਼ਾਂ ਨੂੰ OPDs ਕਰਦਾ, ਅਸੀਂ ਮਰੀਜ਼ ਚੈੱਕ ਕਰਦੇ ਹਾਂ। ਪਰ ਜੇ ਇੱਕ ਨੈਸ਼ਨਲ ਹੈਲਥ ਮਿਸ਼ਨ ਦੇ ਡਾਕਟਰ ਨੂੰ ਜਾਂ ਪੈਰੀਮੈਡੀਕਲ ਸਟਾਫ ਨੂੰ ਕੋਈ ਸਿਹਤ ਸਹੂਲਤ ਲੈਣ ਦੀ ਜ਼ਰੂਰਤ ਪੈ ਜੇ, ਕਿਸੇ ਹਸਪੀਟਲ 'ਚੋਂ ਆਪਣਾ ਜਾਂ ਆਪਣੇ ਪਰਿਵਾਰਕ ਮੈਂਬਰ ਦਾ ਇਲਾਜ ਕਰਾਉਣਾ ਪੈ ਜੇ, ਤਾਂ ਉਹਨੂੰ ਪਰਚੀ ਫੀਸ ਵੀ ਦੇਣੀ ਪੈਂਦੀ ਹੈ। ਉਹਦੇ ਲਈ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ। ਅਸੀਂ ਲੋਕਾਂ ਨੂੰ ਤਾਂ ਹੈਲਥ ਸਹੂਲਤਾਂ ਦਿੰਦੇ ਹਾਂ, ਪਰ ਸਾਡੇ ਲਈ ਸਭ ਕੁਝ ਪੇਡ ਹੈ। ਸਰਕਾਰ ਵੱਲੋਂ ਸਾਡੀ ਪਰਚੀ ਫੀਸ ਵੀ ਮਾਫ ਨਹੀਂ ਹੈ। ਡਾਕਟਰ ਸਾਹਿਬ, ਤੁਹਾਡੀਆਂ ਜਦੋਂ ਤਨਖਾਹਾਂ ਇੰਨੀਆਂ ਘੱਟ ਨੇ ਤੁਹਾਡੀ ਐਜੂਕੇਸ਼ਨ ਦੇ, ਤੁਹਾਡੀ ਸਿਖਲਾਈ ਦੇ ਮੁਕਾਬਲੇ, ਤਾਂ ਫਿਰ ਇਹ ਪਰਿਵਾਰ ਨੂੰ ਤਾਂ ਉਹਨਾਂ ਨੇ ਸਹੂਲਤਾਂ ਦੇਣੀਆਂ ਹੀ ਕੀ ਨੇ? ਤੁਹਾਡੇ ਘਰ ਅਤੇ ਤੁਹਾਡੇ ਹਸਪਤਾਲ ਵਿਚਾਲੇ ਫਾਸਲਾ ਕਿੰਨਾ? ਤੁਸੀਂ ਸੰਗਰੂਰ ਪੋਸਟਡ ਹੋ। ਮੇਰੇ ਘਰ ਤੋਂ ਮੇਰੀ ਪੋਸਟਿੰਗ ਪਲੇਸ ਲਗਭਗ 30 ਕਿਲੋਮੀਟਰ ਹੈ ਔਰ ਜਿੱਥੇ ਅੱਜ ਕੱਲ੍ਹ ਮੈਂ ਕੋਵਿਡ-19 ਦੇ ਤਹਿਤ ਡਿਊਟੀ ਕਰਦਾ ਉਹ ਵੀ 30-40 ਕਿਲੋਮੀਟਰ ਹੈ। ਔਰ ਮੈਂ ਆਪਣੀ ਪਰਸਨਲ ਕਾਰ ਦੇ ਵਿੱਚ ਹੀ ਆਉਂਦਾ ਕਿਉਂਕਿ ਜੇ ਤੁਸੀਂ ਆਪਣੀ ਇੱਕ ਸੋਸ਼ਲ ਪ੍ਰੋਟੈਕਸ਼ਨ ਦੇ ਹਿਸਾਬ ਨਾਲ ਚੱਲਦੇ ਹੋ ਤਾਂ ਨਾਈਟ ਜਾਂ ਮਾਰਨਿੰਗ ਜਾਂ ਈਵਨਿੰਗ ਦੀਆਂ ਡਿਊਟੀਆਂ ਦੇ ਵਿੱਚ ਤੁਸੀਂ ਬਾਈਕ ਨਹੀਂ ਡਰਾਈਵ ਕਰ ਸਕਦੇ, ਪਬਲਿਕ ਟਰਾਂਸਪੋਰਟ ਬੰਦ ਹੈ। ਸੋ ਇਹ ਜਿਹੜੇ ਖਰਚੇ ਨੇ ਉਹ ਸਾਡੀ ਜੇਬ 'ਤੇ ਹੀ ਪੈ ਰਹੇ ਨੇ। ਮੈਂ ਤਾਂ ਇੱਕ ਡਾਕਟਰ ਹਾਂ, ਮੇਰੇ ਤੋਂ ਨਿਚਲੇ ਜਿਹੜੇ ਕੈਡਰ ਨੇ, ਚਾਹੇ ਉਹ ਸਟਾਫ ਨਰਸ ਹੈ, ਚਾਹੇ ਫਾਰਮਾਸਿਸਟ ਨੇ, ਚਾਹੇ ਲੈਬੋਰਟਰੀ ਟੈਕਨੀਸ਼ੀਅਨ ਨੇ, ਉਹ ਇਸ ਤੋਂ ਵੀ ਬੁਰੀ ਹਾਲਤ 'ਚ ਅੱਜ ਕੱਲ੍ਹ ਕੰਮ ਕਰ ਰਹੇ ਨੇ। ਉਹਨਾਂ ਦੀਆਂ ਜਿਹੜੀਆਂ ਕੋਵਿਡ-19 ਜਾਂ ਲੋਕਡਾਊਨ ਕਰਕੇ ਜੋ ਵਿੱਤੀ ਹਾਲਤਾਂ ਨੇ ਉਹ ਤਰਸਯੋਗ ਕੰਡੀਸ਼ਨ 'ਚ ਆ ਚੁੱਕੀਆਂ ਨੇ। ਸਰਕਾਰ ਨੂੰ ਇਹਦੇ ਬਾਰੇ ਜ਼ਰੂਰ ਸੋਚਣਾ ਚਾਹੀਦਾ। ਤੁਹਾਡੇ ਕੋਲੇ ਕੋਈ ਕਰੋਨਾ ਪੇਸ਼ੈਂਟ ਤੁਹਾਡੇ ਨਾਲ ਸੰਪਰਕ 'ਚ ਆਇਆ?
ਮੇਰੇ ਸੰਪਰਕ 'ਚ ਤਾਂ ਨਹੀਂ ਆਇਆ, ਬਟ ਅਸੀਂ ਫੀਲਡ ਦੇ ਵਿੱਚ ਜਦੋਂ ਕੰਮ ਕਰਦੇ ਹਾਂ ਜੀ ਤਾਂ ਜਦੋਂ ਵੀ ਕੋਈ ਕਿਸੇ ਮਰੀਜ਼ ਦੇ ਵਿੱਚ ਕਰੋਨਾ ਦੇ ਮਰੀਜ਼ ਦੇ ਜਾਂ ਉਸ ਤਰ੍ਹਾਂ ਦੇ ਲੱਛਣ ਦਿਖਾਈ ਦਿੰਦੇ ਨੇ, ਜਿਵੇਂ ਮੇਰੀ ਡਿਊਟੀ ਫਲੂ ਕਾਰਨਰ ਤੇ ਲੱਗੀ ਹੈ, ਜੀ ਉਹ ਜਦੋਂ ਫਲੂ ਕਾਰਨਰ ਤੇ ਅਸੀਂ ਫਲੂ ਦੇ ਮਰੀਜ਼ਾਂ ਨੂੰ ਸਕਰੀਨ ਕਰਦੇ ਹਾਂ ਤਾਂ ਉਹਦੇ ਵਿੱਚ ਕੋਈ ਵੀ ਪੋਜ਼ਿਟਿਵ ਹੋ ਸਕਦਾ ਹੈ, ਕਿਉਂਕਿ ਆਪਾਂ ਨੂੰ ਪਤਾ ਹੈ ਬਹੁਤ ਹਾਈਲੀ ਕੰਟੇਜੀਅਸ ਡਿਜ਼ੀਜ਼ ਹੈ, ਬਹੁਤ ਤੇਜ਼ੀ ਨਾਲ ਫੈਲਣ ਵਾਲੀ ਬਿਮਾਰੀ ਹੈ, ਇਹ ਕਿਤੇ ਵੀ ਫੈਲ ਸਕਦੀ ਹੈ। ਸੋ ਇਹ ਨਹੀਂ ਕਹਿ ਸਕਦੇ ਕਿ ਅਸੀਂ ਪੋਜ਼ਿਟਿਵ ਦੇ ਕੰਟੈਕਟ 'ਚ ਆਏ ਹਾਂ, ਬਟ ਮੇਰੇ ਨਾਲ ਦੇ ਕੁਝ ਆਯੂਸ਼ ਡਾਕਟਰ ਨੇ, ਜਿਵੇਂ ਜਲੰਧਰ ਦੇ ਵਿੱਚ ਪੋਜ਼ਿਟਿਵ ਕੇਸਿਸ ਬਹੁਤ ਨੇ, ਜੀ ਈਵਨ ਸੰਗਰੂਰ ਦੇ ਵਿੱਚ ਵੀ 2-3 ਪੋਜ਼ਿਟਿਵ ਕੇਸਿਸ ਸੀਗੇ, ਪਟਿਆਲੇ ਦੇ ਵਿੱਚ ਪੋਜ਼ਿਟਿਵ ਕੇਸਿਸ ਨੇ। ਮੇਰੇ ਸਾਥੀ, ਮੇਰੇ ਨਾਲ ਪੜ੍ਹੇ ਹੋਏ ਮੇਰੇ ਬੈਚਮੇਟ ਜਾਂ ਮੇਰੇ ਨਾਲ ਜਿਹੜੇ ਨੌਕਰੀ ਕਰਦੇ ਨੇ, ਉਹ ਪੋਜ਼ਿਟਿਵ ਵਾਰਡਸ ਦੇ ਵਿੱਚ ਕੰਮ ਕਰ ਰਹੇ। ਤੁਹਾਨੂੰ ਨਿੱਜੀ ਸੁਰੱਖਿਆ ਲਈ ਕਿੱਟਾਂ PPE ਕਿੱਟ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਜਾਂ ਤੁਹਾਡੇ ਲਈ ਕੋਈ ਹੋਰ ਉਪਰਾਲੇ ਸਿਹਤ ਵਿਭਾਗ ਜਾਂ ਤੁਹਾਡੇ ਹਸਪਤਾਲ ਕਰ ਰਹੇ ਨੇ? ਕੁਝ ਸਹੂਲਤਾਂ ਸਰਕਾਰ ਦੇ ਵੀ ਰਹੀ ਹੈ, ਪਰ ਉਹ ਸਹੂਲਤਾਂ ਸਫੀਸ਼ੀਐਂਟ ਨਹੀਂ ਹੈਗੀਆਂ। ਜਿਸ ਲੈਵਲ ਦੀ ਇਹ ਬਿਮਾਰੀ ਹੈ, ਅਗਰ ਇਹਨੂੰ ਅਸੀਂ ਇੱਕ ਤੋਂ ਦੂਸਰੇ 'ਚ ਜਾਂ ਤੀਸਰੇ 'ਚ ਜਾਂ ਅਸੀਂ ਆਪਣੇ ਮੈਡੀਕਲ ਸਟਾਫ ਦੇ ਵਿੱਚ ਇਸ ਵਾਇਰਸ ਨੂੰ ਆਉਣ ਤੋਂ ਰੋਕਣਾ ਹੈ, ਤਾਂ ਜਿਸ ਲੈਵਲ ਦੇ ਪ੍ਰਬੰਧ ਸਰਕਾਰ ਨੂੰ ਕਰਨੇ ਚਾਹੀਦੇ ਨੇ, ਉਸ ਲੈਵਲ ਦੇ ਪ੍ਰਬੰਧ ਗਰਾਊਂਡ ਲੈਵਲ ਤੇ ਨਹੀਂ ਹੈਗੇ। ਕੁਝ ਸਹੂਲਤਾਂ ਹੈਗੀਆਂ ਨੇ, ਕੁਝ ਸਰਕਾਰ ਪ੍ਰਬੰਧ ਕਰ ਵੀ ਰਹੀ ਹੈ, ਪਰ ਕੁਝ ਡਾਕਟਰਸ ਨੂੰ ਵੀ ਹੋ ਰਿਹਾ ਹੈ, ਕੁਝ ਸਟਾਫ ਨਰਸਿਸ ਨੂੰ ਵੀ ਹੋ ਰਿਹਾ ਹੈ। ਇਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਲੂਪ ਹੋਲਸ ਹੈਗੇ ਨੇ, ਕਿਤੇ ਨਾ ਕਿਤੇ ਜਾਂ ਤਾਂ ਸਮਾਨ ਦੀ ਕੁਆਲਿਟੀ 'ਚ ਘਾਟ ਹੈ ਜਾਂ ਸਮਾਨ ਦੀ ਘਾਟ ਹੈ, ਬਟ ਹਾਂ ਗਰਾਊਂਡ ਲੈਵਲ ਤੇ ਕੁਝ ਸਮਾਨ ਪਹੁੰਚ ਵੀ ਰਿਹਾ ਹੈ। ਔਰ ਕਾਫੀ ਹੱਦ ਤੱਕ ਜਦੋਂ ਫੀਲਡ ਦੇ ਵਿੱਚ ਕੰਮ ਕੀਤਾ ਜਾਂਦਾ ਤਾਂ ਕੁਝ ਚੀਜ਼ਾਂ ਮੁਹੱਈਆ ਵੀ ਕਰਵਾਈ ਜਾਂਦੀਆਂ ਨੇ। ਅਸੀਂ ਇਹ ਨਹੀਂ ਕਹਿ ਸਕਦੇ ਕਿ ਬਿਲਕੁਲ ਕੁਝ ਨਹੀਂ ਦਿੱਤਾ ਜਾ ਰਿਹਾ, ਬਟ ਜਿਸ ਲੈਵਲ ਦਾ ਜਾਂ ਜਿਸ ਕੁਆਲਿਟੀ ਦਾ ਇਸ ਵਾਇਰਸ ਜਾਂ ਇਸ ਕਰੋਨਾ ਵਾਇਰਸ ਨੂੰ ਆਪਾਂ ਫੈਲਣ ਤੋਂ ਰੋਕਣ ਲਈ ਜਿਸ ਲੈਵਲ ਦਾ ਸਮਾਨ ਚਾਹੀਦਾ, ਉਹ ਸ਼ਾਇਦ ਹਜੇ ਘਾਟ ਹੈਗੀ ਹੈ। ਜਿਹੜੀਆਂ ਹਸਪਤਾਲ ਵਿੱਚ ਜਿੱਥੇ ਤੁਸੀਂ ਤਾਇਨਾਤ ਹੋ, ਤੁਸੀਂ ਆਮ ਦਵਾਈਆਂ ਵੀ ਦੇਣੀਆਂ ਨੇ ਮਰੀਜ਼ਾਂ ਨੂੰ, ਜਾਂ ਜਿਹੜੇ ਮਾੜੇ ਮੋਟੇ ਮੁੱਢਲੇ ਲੱਛਣ ਜ਼ੁਕਾਮ ਖਾਂਸੀ ਗਲਾ ਵਾਲੇ ਜਾਂ ਹਲਕੇ ਬੁਖਾਰ ਵਾਲੇ ਆ ਗਏ, ਕੀ ਉਹ ਬੇਸਿਕ ਦਵਾਈਆਂ ਤੁਹਾਡੇ ਕੋਲੇ ਉਪਲਬਧ ਨੇ ਹਸਪਤਾਲਾਂ 'ਚ ਹੈਗੀਆਂ ਨੇ, ਮੌਜੂਦ ਹਾਂ, ਨੇ? ਕੁਝ ਜਿਹੜੀਆਂ ਬੇਸਿਕ ਦਵਾਈਆਂ ਨੇ, ਜਦੋਂ ਜਿੱਦਾਂ ਫਲੂ ਕਾਰਨਰਸ ਬਣਾਏ ਹੋਏ ਨੇ ਸਰਕਾਰ ਨੇ, ਉੱਥੇ ਬੇਸਿਕ ਜਿਹੜੇ ਐਂਟੀਬਾਇਓਟਿਕਸ ਨੇ ਜਾਂ ਐਂਟੀਪੈਰਾਟਿਕਸ ਨੇ ਜਾਂ ਫਿਰ ਐਂਟੀ ਐਲਰਜਿਕਸ ਨੇ, ਜਿਨ੍ਹਾਂ ਨਾਲ ਆਪਾਂ ਫਲੂ ਨੂੰ ਇਨੀਸ਼ੀਅਲ ਜਾਂ ਨਾਰਮਲ ਫਲੂ ਨੂੰ ਕੰਟਰੋਲ ਕਰਦੇ ਹਾਂ, ਉਹੋ ਜਿਹੀਆਂ ਕੁਝ ਮੁੱਢਲੀਆਂ ਦਵਾਈਆਂ ਹੈਗੀਆਂ ਆ। ਪਰ ਮੈਨੂੰ ਲੱਗਦਾ ਹੈ ਕਿ ਜਿਨ੍ਹਾਂ ਹਾਲਾਤਾਂ 'ਚ ਸਾਡੇ NRHM ਦੇ ਸਾਥੀ ਜਾਂ ਐਮਪਲਾਈਜ਼ ਜਾਂ ਪੈਰਾਮੈਡੀਕਲ ਸਟਾਫ ਕੰਮ ਕਰ ਰਿਹਾ, ਇਹਨਾਂ ਸਹੂਲਤਾਂ ਦਾ ਪੱਧਰ ਬਹੁਤ ਨੀਵਾਂ ਆ। ਜੀ ਡਾਕਟਰ ਸਾਹਿਬ, ਇੱਕ ਇਸ ਸਾਰੇ ਕਾਸੇ ਵਿੱਚ ਜਿਹੋ ਜਿਹੇ ਹਾਲਾਤ ਵਿੱਚ ਤੁਸੀਂ ਕੰਮ ਕਰ ਰਹੇ ਹੋ, ਜਿਹੋ ਜਿਹੀਆਂ ਤਨਖਾਹਾਂ 'ਤੇ ਕੰਮ ਕਰ ਰਹੇ ਹੋ, ਤਾਂ ਇੱਕ ਸਵਾਲ ਨਿੱਜੀ ਪੱਧਰ ਦਾ ਹੈ ਕਿ ਤੁਹਾਡੇ ਘਰ ਦੇ ਅਤੇ ਗੁਆਂਢੀ, ਕਿਉਂਕਿ ਤੁਸੀਂ ਹਸਪਤਾਲ 'ਚੋਂ ਘਰਾਂ ਨੂੰ ਪਰਤਦੇ ਹੋ, ਤੁਸੀਂ ਹਰ ਤਰ੍ਹਾਂ ਦੇ ਮਰੀਜ਼ਾਂ ਨੂੰ ਦੇਖਦੇ ਹੋ, ਤਾਂ ਇੱਕ ਤਰ੍ਹਾਂ ਤੁਸੀਂ ਉਹਨਾਂ ਨੂੰ ਤਾਂ ਖਤਰਨਾਕ ਜਾਪਦੇ ਹੋਵੋਗੇ। ਤੁਹਾਡੇ ਗੁਆਂਢੀ ਤੇ ਤੁਹਾਡੇ ਘਰ ਦੇ ਤੁਹਾਡੇ ਨਾਲ ਕਿਵੇਂ ਡੀਲ ਕਰਦੇ ਨੇ? ਮੈਡਮ, ਜੇ ਮੈਂ ਨਿੱਜੀ ਤੌਰ 'ਤੇ ਪਰਸਨਲ ਮੈਂ ਕੈਸੀ ਜ਼ਿੰਦਗੀ ਜੀ ਰਿਹਾ, ਤਾਂ ਮੁਸ਼ਕਲਾਂ ਤਾਂ ਜਿੱਦਾਂ ਬਾਕੀ ਸਮਾਜ ਨੂੰ ਨੇ, ਉਸ ਤਰ੍ਹਾਂ ਮੁਸ਼ਕਲਾਂ ਮੈਨੂੰ ਵੀ ਨੇ, ਕਿਉਂਕਿ ਮੈਂ ਇੱਕ ਮੈਡੀਕਲ ਪ੍ਰੋਫੈਸ਼ਨ 'ਚ ਹੈਗਾ ਆ। ਨਹੀਂ, ਮੈਂ ਟੋਕਾਂਗੀ, ਬਾਕੀ ਸਮਾਜ ਹਸਪਤਾਲਾਂ 'ਚ ਇਲਾਜ ਕਰਨ ਨਹੀਂ ਜਾਂਦਾ। ਤੁਸੀਂ ਬਿਮਾਰਾਂ ਦਾ ਇਲਾਜ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਠੀਕ ਕਰਨਾ ਹੈ। ਤੁਸੀਂ ਇਸ ਜਿਹੜਾ ਅਣਦਿਸਦਾ ਦੁਸ਼ਮਣ ਹੈ, ਤੁਸੀਂ ਇਹਦੇ ਖਿਲਾਫ ਵੀ ਲੜਾਈ ਛੇੜੀ ਹੋਈ ਹੈ। ਤੁਸੀਂ ਪਾਰਟੀਕੂਲਰਲੀ ਕਸੂਤੇ ਹਾਲਾਤ ਵਿੱਚੋਂ ਤੇ ਉਸੇ ਜੋਖਮ ਵਿੱਚੋਂ ਤੁਸੀਂ ਆਪਣੇ ਆਪ ਨੂੰ ਬਚਾਉਣਾ, ਆਪਣੇ ਪਰਿਵਾਰਾਂ ਨੂੰ। ਨਿੱਕੇ ਬੱਚੇ ਨਿੱਕੇ ਨੇ ਬਹੁਤਿਆਂ ਦੇ, ਹੈ ਨਾ, ਬਹੁਤੇ ਡਾਕਟਰਾਂ ਦੇ ਜਾਂ ਪੈਰਾਮੈਡਿਕ ਸਟਾਫ ਦੇ, ਤਾਂ ਤੇ ਆਂਢ ਗੁਆਂਢ ਵੀ। ਮੈਂ ਉਸ ਸੰਬੰਧ ਵਿੱਚ ਗੱਲ ਕਰ ਰਹੀ ਹਾਂ। ਹਾਂ, ਮੈਂ ਤੁਹਾਨੂੰ ਆਪਣੀ ਇੱਕ ਉਦਾਹਰਣ ਦੇਣੀ ਚਾਹੂੰਗਾ ਕਿ ਕੁਝ ਦਿਨ ਪਹਿਲਾਂ ਮੈਂ ਕੋਈ ਸ਼ੱਕੀ ਮਰੀਜ਼, ਅਸੀਂ ਘਰ ਤੋਂ ਉਹਨੂੰ ਸਕਰੀਨ ਕਰਕੇ ਉਹਨੂੰ ਆਈਸੋਲੇਸ਼ਨ ਵਾਰਡ 'ਚ ਸ਼ਿਫਟ ਕਰਨਾ ਸੀਗਾ ਜੀ, ਪਰ ਜਦੋਂ ਤੱਕ ਉਸ ਮਰੀਜ਼ ਦੀ ਰਿਪੋਰਟ ਨੈਗੇਟਿਵ ਨਹੀਂ ਆ ਗਈ ਤਾਂ 2 ਦਿਨ ਲਈ ਮੈਂ ਆਪਣੇ ਘਰ ਨਹੀਂ ਜਾ ਸਕਿਆ ਜੀ। ਮੈਂ ਘਰ ਤੋਂ ਬਾਹਰ ਹੀ ਸੁੱਤਾ। ਕਿੱਥੇ ਰਹੇ? ਮੇਰੇ ਫਾਰਮ ਹਾਊਸ ਹੈ ਸਾਡਾ, ਇੱਕ ਘਰ ਤੋਂ ਬਾਹਰ ਹੈਗਾ, ਮੈਂ ਉੱਥੇ ਹੀ ਸਟੇ ਕੀਤੀ ਇੱਕ ਰਾਤ। ਔਰ ਤੁਸੀਂ ਹੈਰਾਨ ਹੋਵੋਗੇ ਕਿ ਮੇਰਾ 3 ਸਾਲ ਦਾ ਬੇਟਾ ਆ, ਔਰ 25 ਮਾਰਚ ਤੋਂ ਬਾਅਦ ਮੈਂ ਆਪਣੇ ਬੇਟੇ ਨੂੰ ਹਜੇ ਤੱਕ ਆਪਣੀ ਕਾਰ 'ਚ ਬਿਠਾਇਆ ਨਹੀਂ ਹੈ। ਇਹ ਧਿਆਨ ਬਹੁਤ ਰੱਖਣਾ ਪੈਂਦਾ ਥੋੜ੍ਹਾ, ਇਸ ਚੀਜ਼ ਦਾ ਜਿਹੜਾ ਪ੍ਰਭਾਵ ਹੈ ਉਹ ਤਾਂ ਪੈਂਦਾ ਹੀ ਹੈ, ਨਿੱਜੀ ਜ਼ਿੰਦਗੀ 'ਤੇ ਵੀ ਪੈਂਦਾ ਹੈ। ਤੁਸੀਂ ਕਿਉਂਕਿ ਡਾਕਟਰ ਹੋ ਤੇ ਤੁਹਾਡੇ ਅਧੀਨ ਹੋਰ ਬਹੁਤ ਸਾਰਾ ਸਟਾਫ ਹੋਏਗਾ, ਕਿ ਉਹਨਾਂ ਨਾਲ ਕਿਸੇ ਨਾਲ ਇਹੋ ਜਿਹੀ ਬਣੀ ਜਿਸ ਤਰ੍ਹਾਂ ਤੁਸੀਂ 1-2 ਦਿਨ ਬਾਹਰ ਸੁੱਤੇ, ਕਿ ਹੋਰ ਵੀ ਤੁਹਾਡੇ ਕੋਲੇ ਪੈਰਾਮੈਡਿਕ ਸਟਾਫ ਜਾਂ ਕੋਈ ਹੋਰ ਤੁਹਾਡੇ ਮੈਂਬਰ, ਤੁਹਾਡੇ ਜਾਣਕਾਰ ਡਾਕਟਰੀ ਅਮਲੇ ਵਿੱਚੋਂ, ਜਿਨ੍ਹਾਂ ਨੂੰ ਕਈ ਦਿਨ ਘਰੇ ਜਾਣ ਦਾ ਮੌਕਾ ਨਹੀਂ ਲੱਗਿਆ ਜਾਂ ਆਪਣੇ ਬੱਚਿਆਂ ਨੂੰ ਮਿਲਣ ਦਾ, ਜਾਂ ਉਹਨਾਂ ਨੂੰ ਬੇਵਸੀ 'ਚ ਉਰਾਂ ਪਰਾਂ ਰਹਿਣਾ ਪਿਆ? ਬਹੁਤ ਸਾਰੇ ਡਾਕਟਰਸ ਨੇ ਜਿਨ੍ਹਾਂ ਦੀਆਂ ਡਿਊਟੀਆਂ ਆਈਸੋਲੇਸ਼ਨ ਵਾਰਡ 'ਚ ਜਾਂ ਪੋਜ਼ਿਟਿਵ ਕੇਸਿਸ ਜਿੱਥੇ ਰੱਖੇ ਨੇ ਜਾਂ ਕੁਆਰੰਟਾਈਨ ਸੈਂਟਰਸ ਬਣੇ ਹੋਏ ਨੇ, ਬਹੁਤ ਸਾਰੇ ਡਾਕਟਰਸ ਨੇ ਜਿਨ੍ਹਾਂ ਦੀਆਂ ਡਿਊਟੀਆਂ ਉੱਥੇ ਲੱਗੀਆਂ ਹੋਈਆਂ।
ਬਹੁਤ ਸਾਰੇ ਕਪਲਸ ਵੀ ਨੇ ਡਾਕਟਰਸ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ। ਮੈਂ ਕੁਝ ਡਾਕਟਰਸ ਨੂੰ ਜਾਣਦਾ ਵੀ ਹਾਂ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਔਰ ਆਪਣੀ ਫੈਮਿਲੀ ਨੂੰ ਆਪਣੇ ਤੋਂ ਥੋੜ੍ਹਾ ਡਿਸਟੈਂਸ 'ਤੇ ਮੇਨਟੇਨ ਰੱਖਿਆ ਹੋਇਆ। ਉਹ ਉਹਨਾਂ ਨੇ ਆਪਣੀ ਅਲੱਗ ਅਕਮੋਡੇਸ਼ਨ ਵੀ ਮੇਨਟੇਨ ਕੀਤੀ ਹੋਈ ਹੈ। ਪਰ ਕਿਉਂਕਿ ਸਾਡੇ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ। ਅਸੀਂ ਅਗਰ ਡਾਕਟਰ ਜਾਂ ਮੈਡੀਕਲ ਸਟਾਫ ਜਾਂ ਇਹ ਜਿਹੜਾ ਪੈਰਾਮੈਡੀਕਲ ਸਟਾਫ ਹੈ, ਇਹ ਅੱਜ ਦੇ ਦੌਰ ਦੇ ਵਿੱਚ ਸਾਡੇ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ। ਅਸੀਂ ਸਮਾਜ ਦੇ ਬੇਸ਼ੱਕ ਸਾਨੂੰ ਹਰ ਇਨਸਾਨ ਨੂੰ ਆਪਣੀ ਫੈਮਿਲੀ ਪਿਆਰੀ ਹੁੰਦੀ ਹੈ, ਪਰ ਸਾਡੇ ਲਈ ਇਸ ਟਾਈਮ ਸਮਾਜ ਨੂੰ ਇਸ ਬਿਮਾਰੀ ਤੋਂ ਬਾਹਰ ਕੱਢਣਾ ਔਰ ਸਮਾਜ ਦੇ ਵਿੱਚੋਂ ਇਸ ਵਾਇਰਸ ਨੂੰ ਖਤਮ ਕਰਨਾ ਤਾਂ ਕਿ ਜ਼ਿੰਦਗੀ ਪਹਿਲਾਂ ਵਰਗੀ ਖੁਸ਼ਹਾਲ ਹੋ ਜਾਵੇ, ਇਹ ਸਾਡੀ ਜ਼ਿੰਮੇਵਾਰੀ ਹੈ ਔਰ ਇਹਨੂੰ ਬਾਖੂਬੀ ਅਸੀਂ ਸਮਝਦੇ ਵੀ ਹਾਂ। ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਹੋ? ਸਰਕਾਰ ਨੂੰ ਕੋਈ ਸੁਨੇਹਾ ਦੇਣਾ ਜਾਂ ਲੋਕਾਂ ਨੂੰ ਜਿਨ੍ਹਾਂ ਲਈ ਤੁਸੀਂ ਲੜ ਰਹੇ ਹੋ ਜਾਂ ਜਿਨ੍ਹਾਂ ਨੂੰ ਤੁਸੀਂ ਤੰਦਰੁਸਤ ਰੱਖਣ ਦਾ ਤਹਈਆ ਕੀਤਾ ਹੋਇਆ ਹੈ, ਉਹਨਾਂ ਲਈ ਕੁਝ ਕਹਿਣਾ ਚਾਹੁੰਦੇ ਹੋ? ਦੇਖੋ, ਸਰਕਾਰ ਲਈ ਤਾਂ ਮੇਰਾ ਮੈਸੇਜ ਸਾਡਾ ਇਹੀ ਹੈਗਾ ਹੈ ਕਿ ਜਿਹੜਾ ਹੈਲਥ ਸੈਕਟਰ ਹੈ ਜੀ, ਇਹਦੀ ਅਹਿਮੀਅਤ ਸਾਨੂੰ ਹੁਣ ਪਤਾ ਲੱਗ ਗਈ ਹੈ। ਹਾਂ, ਅਗਰ ਅਸੀਂ ਹੈਲਥ ਸੈਕਟਰ ਨੂੰ ਇੰਨਾ ਜ਼ਰੂਰੀ ਸਮਝਦੇ ਹਾਂ ਤਾਂ ਹੈਲਥ ਸੈਕਟਰ ਦੇ ਵਿੱਚ ਜਿਹੜੀਆਂ ਕੱਚੀਆਂ ਭਰਤੀਆਂ ਨੇ ਜਾਂ ਘੱਟ ਤਨਖਾਹਾਂ 'ਤੇ ਇੰਨੇ ਪੜ੍ਹੇ ਲਿਖੇ ਲੋਕਾਂ ਨੂੰ ਰੱਖਿਆ ਜਾਂਦਾ ਹੈ, ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਨੇ। ਇੱਕ ਸਟਾਫ ਨਰਸ ਜਿਹੜੀ ਕੰਟਰੈਕਟ 'ਤੇ ਰੱਖੀ ਜਾਂਦੀ ਹੈ ਜਾਂ ਇੱਕ ਸਟਾਫ ਨਰਸ ਜਿਹੜੀ ਰੈਗੂਲਰ ਭਰਤੀ ਕੀਤੀ ਜਾਂਦੀ ਹੈ, ਉਹ ਇੱਕੋ ਹੀ ਡਿਊਟੀ ਇੱਕੋ ਹੀ ਜਗ੍ਹਾ 'ਤੇ ਇੱਕੋ ਜਿਹੇ ਮਰੀਜ਼ਾਂ ਨੂੰ ਦੇਖ ਕੇ ਕਰਦੇ ਨੇ, ਬਟ ਤਨਖਾਹਾਂ ਦੇ ਵਿੱਚ ਦੁੱਗਣਾ ਤਿੱਗਣੀ ਦਾ ਫਾਸਲਾ ਹੁੰਦਾ ਆ। ਸੋ ਇਹੋ ਜਿਹੀ ਡਿਸਕ੍ਰਿਮੀਨੇਸੀ, ਇਹੋ ਜਿਹਾ ਭੇਦਭਾਵ ਨਹੀਂ ਹੋਣਾ ਚਾਹੀਦਾ। ਔਰ ਇਹ ਪੰਜਾਬ ਦੇ ਲੋਕਾਂ ਨੂੰ ਸਾਡਾ ਇਹੀ ਸੁਨੇਹਾ ਹੈ ਕਿ ਜੋ ਸਰਕਾਰ ਵੱਲੋਂ ਲਾਕਡਾਊਨ ਜਾਂ ਸੋਸ਼ਲ ਡਿਸਟੈਂਸਿੰਗ ਦਾ ਜੋ ਫਾਰਮੂਲਾ ਅਪਣਾਇਆ ਗਿਆ, ਇਹਦਾ ਪਾਲਣ ਕਰਨਾ ਚਾਹੀਦਾ ਹੈ। ਅਸੀਂ ਮੈਡੀਕਲ ਸਟਾਫ ਬੇਸ਼ੱਕ ਘਰਾਂ ਤੋਂ ਬਾਹਰ ਨਿਕਲਦੇ ਹਾਂ, ਪਰ ਅਸੀਂ ਸਾਡੀਆਂ ਫੈਮਲੀਆਂ ਵੀ ਰਿਸਕ 'ਤੇ ਆਉਂਦੀਆਂ ਆ, ਪਰ ਸਾਡਾ ਜਿਹੜਾ ਘਰ ਤੋਂ ਬਾਹਰ ਨਿਕਲਣਾ ਹੈ ਉਹ ਸਾਡੀ ਡਿਊਟੀ ਦਾ, ਸਾਡੀ ਸਮਾਜ ਪ੍ਰਤੀ ਜ਼ਿੰਮੇਵਾਰੀ ਦਾ ਹਿੱਸਾ ਆ। ਔਰ ਲੋਕਾਂ ਨੂੰ ਅਸੀਂ ਅਪੀਲ ਇਹੀ ਕਰਦੇ ਹਾਂ ਕਿ ਪ੍ਰਸ਼ਾਸਨ ਦਾ, ਮੈਡੀਕਲ ਅਮਲੇ ਦਾ ਸਾਥ ਦਿਓ ਤਾਂ ਕਿ ਆਪਾਂ ਇਸ ਬਿਮਾਰੀ ਨੂੰ ਆਪਣੇ ਸਮਾਜ ਦੇ ਵਿੱਚੋਂ ਜਲਦੀ ਤੋਂ ਜਲਦੀ ਖਤਮ ਕਰ ਸਕੀਏ। ਬਹੁਤ ਸਮਾਂ ਪਹਿਲਾਂ ਅਲਬਰਟ ਕਾਮੂ ਦਾ ਲਿਖਿਆ ਨਾਵਲ ਪਲੇਗ ਇਸ ਦੌਰ ਵਿੱਚ ਵਾਰ-ਵਾਰ ਚੇਤੇ ਆਉਂਦਾ ਹੈ। ਮੈਂ ਪਹਿਲਾਂ ਵੀ ਪਹਿਲੇ ਪ੍ਰੋਗਰਾਮਾਂ ਵਿੱਚ ਡਾਕਟਰਾਂ ਨਾਲ ਗੱਲਬਾਤ ਦੌਰਾਨ, ਨਰਸਾਂ ਨਾਲ ਗੱਲਬਾਤ ਦੌਰਾਨ ਇਸ ਨਾਵਲ ਦਾ ਜ਼ਿਕਰ ਕਰ ਚੁੱਕੀ ਹਾਂ ਕਿ ਪਲੇਗ ਦੇ ਉਸ ਦੌਰ ਵਿੱਚ ਅਲਜੀਰੀਆ ਦੇ ਤੱਟੀ ਖੇਤਰ ਵਿੱਚ ਦੇ ਇੱਕ ਸ਼ਹਿਰ ਵਿੱਚ ਫੈਲੀ ਪਲੇਗ ਦੌਰਾਨ ਇੱਕ ਡਾਕਟਰ ਕਿਸ ਤਰ੍ਹਾਂ ਨਿਰੰਤਰ ਕੰਮ ਕਰਦਾ ਹੈ ਲੋਕਾਂ ਲਈ, ਅਤੇ ਇਹੋ ਜਿਹੀ ਹੀ ਸੇਵਾ ਇਸ ਵੇਲੇ ਇਹ ਡਾਕਟਰ ਨਿਭਾ ਰਹੇ ਹਨ। ਅਤੇ ਲਗਾਤਾਰ ਤਰ੍ਹਾਂ ਦੇ ਸੰਘਰਸ਼, ਨਿੱਤ ਨਵੇਂ ਸੰਘਰਸ਼ਾਂ ਦਾ ਸਾਹਮਣਾ ਕਰ ਰਹੇ ਹਨ। ਇਹਨਾਂ ਦੀਆਂ ਤਨਖਾਹਾਂ ਘੱਟ ਹਨ ਅਤੇ ਇੱਥੇ ਫਿਰ ਮੈਂ ਦੁਹਰਾਵਾਂਗੀ ਕਿ ਸਾਡੇ ਪ੍ਰੈਸ਼ਰ ਗਰੁੱਪ, ਸਾਡੇ ਬੁੱਧੀਜੀਵੀ ਤਬਕਾ ਠੀਕ ਠਾਕ ਦੌਰ ਆਉਂਦਿਆਂ, ਕੋਵਿਡ-19 ਦੇ ਜਾਂਦਿਆਂ ਸਰਕਾਰਾਂ 'ਤੇ ਇਹ ਦਬਾਅ ਜ਼ਰੂਰ ਬਣਾਉਣ ਕਿ ਸਰਕਾਰੀ ਸਿਹਤ ਖੇਤਰ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਜੋ NRIs ਜਾਂ ਜੋ ਵੱਡੇ ਦਾਨੀ ਸੱਜਣ ਬਹੁਤ ਮਾਫ਼ ਕਰਨਾ ਧਾਰਮਿਕ ਥਾਵਾਂ 'ਤੇ ਬਹੁਤ ਸਾਰਾ ਦਾਨ ਦਿੰਦੇ ਨੇ। ਬੇਸ਼ੱਕ ਇਸ ਵੇਲੇ ਕਈ ਧਰਮਾਂ ਵਾਲੇ ਲੋੜਵੰਦਾਂ ਲਈ ਲੰਗਰ ਲਾ ਰਹੇ ਨੇ, ਸਭ ਕੁਝ ਕਰ ਰਹੇ ਨੇ, ਪਰ ਉਹ ਸਿਹਤ ਸੈਕਟਰ ਵਿੱਚ ਵੀ ਇਨਵੈਸਟ ਜ਼ਰੂਰ ਕਰਨ, ਦਾਨ ਦੇਣ। ਇਹ ਜ਼ਿੰਦਗੀਆਂ ਬਚਾਉਣ ਦਾ ਸਿਲਸਿਲਾ ਹੈ। ਧੰਨਵਾਦ ਡਾਕਟਰ ਵਾਹਦ, ਤੁਹਾਡਾ ਬਹੁਤ ਧੰਨਵਾਦ TV ਪੰਜਾਬ ਵੱਲੋਂ। ਥੈਂਕ ਯੂ ਮੈਡਮ, ਸ਼ੁਕਰੀਆ ਤੁਹਾਡਾ ਬਹੁਤ ਧੰਨਵਾਦ। ਤੁਸੀਂ ਸਾਡੀਆਂ ਜਿਹੜੀਆਂ ਮੁਸ਼ਕਲਾਂ ਆ, ਸਾਡਾ ਜਿਹੜਾ ਕੰਮ ਕਰਨ ਦਾ ਤਜਰਬਾ ਆ, ਇਸ ਨੂੰ ਲੋਕਾਂ ਤੱਕ ਲੈ ਕੇ ਜਾਣ ਦੇ ਵਿੱਚ ਇੱਕ ਮਾਧਿਅਮ ਦਾ ਕੰਮ ਕਰ ਰਹੇ ਹੋ। ਤੁਹਾਡਾ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।